ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਅੱਜ ਆਪਾਂ ਇੱਕ ਸ਼ਬਦ ਵਿਚਾਰ ਕਰਦੇ ਹਾਂ। ਹੇ ਪ੍ਰਾਣਨਾਥ ਗੋਬਿੰਦੇ। ਪਿਛਲੇ ਦਿਨੀ ਇਹ ਸ਼ਬਦ ਸੀ ਜਿਹੜਾ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਵਿਚਾਰ ਕਰਵਾਇਆ ਸੀਗਾ। ਇੱਕ ਦੋ ਥਾਵਾਂ ਤੋਂ ਅੱਜ ਜਸਪਾਲ ਸਿੰਘ ਜੀ ਨੇ ਵੀ ਫੋਨ ਕੀਤਾ ਸੀਗਾ ਕਿ ਵੀਰ ਜੀ ਮੈਨੂੰ ਇਹ ਸ਼ਬਦ ਕੰਠ ਹੋ ਗਿਆ ਆ ਅਤੇ ਪਰ ਮੈਨੂੰ ਇਹਦੇ ਅਰਥ ਨਹੀਂ ਆਉਂਦੇ ਹੈਗੇ, ਪਰ ਮਹਾਰਾਜ ਮੈਥੋਂ ਇਸ ਦਾ ਜਾਪ ਕਰਾ ਰਹੇ ਨੇ। ਕੰਠ ਹੋ ਗਿਆ ਮੇਰੇ ਸ਼ਬਦ, ਹੈ ਨਾ। ਅਤੇ ਮਹਾਰਾਜ ਨੇ ਮੈਨੂੰ ਅੱਜ ਫਿਰ ਉਸ ਤੋਂ ਉਹਦੀ ਗੱਲ ਤੋਂ ਇੰਸਪੀਰੇਸ਼ਨ ਦਿੱਤੀ, ਪ੍ਰੇਰਨਾ ਮਿਲੀ ਕਿ ਆਪਾਂ ਥੋੜ੍ਹੀ ਜਿਹੀ ਇਹਦੀ ਉੱਪਰਲੇ ਅੱਖਰਾਂ ਦੀ ਵਿਚਾਰ ਕਰ ਲਈਏ। ਕਿਉਂਕਿ ਵਿਚਾਰ ਕੀ ਹੁੰਦੀ ਆ? ਵਿਚਾਰ ਜਿਸ ਚੀਜ਼ ਦੀ ਅਸੀਂ ਕਰਦੇ ਹਾਂ, ਵਿਚਾਰ ਹੁੰਦੀ ਹੀ ਤਾਂ ਕਿ ਉਸ ਜਿਸ ਬਾਰੇ ਵਿਚਾਰ ਕੀਤੀ ਜਾ ਰਹੀ ਆ ਉਹਦੇ ਨਾਲ ਸਾਡਾ ਪ੍ਰੇਮ ਬਣ ਜੇ, ਉਹਦੇ ਨਾਲ ਸਾਡੀ ਬਣ ਆਵੇ। ਪਰ ਜਿਹੜੇ ਇਹਦੇ ਅਨੁਭਵੀ ਅਰਥ ਨੇ ਉਹ ਮਹਾਰਾਜ ਕਹਿੰਦੇ ਕਿ ਜਪਣ ਦੇ ਨਾਲ ਹੀ ਅਨੁਭਵ ਹੋਣਗੇ। ਪਰ ਆਪਾਂ ਇਹਦੇ ਉੱਪਰਲੇ ਜਿਹੜੇ ਅੱਖਰੀ ਅਰਥ ਨੇ ਉਹ ਵਿਚਾਰ ਕਰ ਲੈਂਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ। ਅਤੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਹਿਸਕ੍ਰਿਤੀ ਸਲੋਕਾਂ ਦੇ ਵਿੱਚ ਇਹ ਸ਼ਬਦ ਆਉਂਦਾ ਆ। ਇਹ ਇੱਕ ਅਰਦਾਸ ਰੂਪ ਸ਼ਬਦ ਆ ਜਿਸ ਨੂੰ ਅਸੀਂ ਬਹਿੰਦੇ ਉੱਠਦੇ ਕੋਈ ਵੀ ਕੰਮ ਕਰਦੇ ਜਪ ਸਕਦੇ ਹਾਂ। ਅਤੇ ਪਰ ਜਦੋਂ ਇਹ ਸਾਡੇ ਹਿਰਦੇ ਵਿੱਚ ਉਤਰ ਜਾਂਦਾ ਸ਼ਬਦ, ਫਿਰ ਇਹ ਸ਼ਬਦ ਆਪ ਬਾਪਦੇ ਆਪ ਨੂੰ ਜਪਣਾ ਸ਼ੁਰੂ ਕਰ ਦਿੰਦਾ ਆ। ਸਾਡੀ ਜ਼ਿੰਦਗੀ ਵਿੱਚ ਸਹਿਜ ਖੇੜਾ ਬਣਨਾ ਆਉਣ ਲੱਗ ਜਾਂਦਾ। ਇਸ ਸ਼ਬਦ ਤੋਂ ਪਹਿਲਾਂ ਗੁਰੂ ਜੀ ਕੁਝ ਵਿਕਾਰਾਂ ਦੀ ਗੱਲ ਕਰਦੇ ਨੇ। ਉਹਨਾਂ ਵਿਕਾਰਾਂ ਤੋਂ ਬਾਅਦ ਫਿਰ ਮਹਾਰਾਜ ਸਾਨੂੰ ਦੱਸਦੇ ਆ ਕਿ ਜਿਹੜੇ ਇਹ ਵਿਕਾਰ ਨੇ, ਹੰਕਾਰ ਆ, ਕ੍ਰੋਧ ਆ, ਲੋਭ ਆ, ਕਾਮ ਆ, ਜਾਂ ਈਰਖਾ, ਤਵੈਸ਼, ਤ੍ਰਿਸ਼ਨਾ ਆ, ਅਤੇ ਉਹਨਾਂ ਦੇ ਬਾਰੇ ਸਾਰਾ ਡਿਟੇਲ ਵਿੱਚ ਦੱਸ ਕੇ ਫਿਰ ਇਹ ਸਾਨੂੰ ਸ਼ਬਦ ਦਿੰਦੇ ਨੇ ਕਿ ਇਹਨਾਂ ਤੋਂ ਤੂੰ ਖੁਦ ਨਹੀਂ ਬਚ ਸਕਦਾ ਹੈਗਾ, ਪਰ ਜੇ ਇਹ ਅਰਦਾਸ ਤੂੰ ਕਰਦਾ ਰਹੇਗਾ ਭਾਈ, ਤੇਰਾ ਬਚਾਅ ਹੋ ਜਾਏਗਾ, ਹੈ ਨਾ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ। ਉਹ ਕਹਿੰਦੇ ਕਿ ਹੇ ਪ੍ਰਾਣਨਾਥ ਗੋਬਿੰਦੇ। ਹੇ ਸ਼ਬਦ ਦਾ ਮਤਲਬ ਹੁੰਦਾ ਸੰਬੋਧਨ ਕਰਨਾ। ਜਦੋਂ ਆਪਾਂ ਕਿਸੇ ਨੂੰ ਸੰਬੋਧਨ ਕਰਕੇ ਬੁਲਾਉਂਦੇ ਹਾਂ, ਉਸ ਪਰਮਾਤਮਾ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਬੋਧਨ ਕਰਕੇ ਸਾਨੂੰ ਅਰਦਾਸ ਕਰਨਾ ਦੱਸਦੇ ਨੇ ਕਿ ਹਮੇਸ਼ਾ ਪਰਮਾਤਮਾ ਨੂੰ ਅੰਗ ਸੰਗ ਜਾਣ ਕੇ, ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣ ਕੇ ਅਰਦਾਸ ਕਰਨੀ ਆ। ਪ੍ਰਾਣ ਦਾ ਮਤਲਬ ਹੋ ਗਿਆ ਸਵਾਸ। ਸਾਡੇ ਸਵਾਸਾਂ ਦਾ ਜਿਹੜਾ ਨਾਥ ਦਾ ਮਤਲਬ ਮਾਲਕ ਆ, ਜਿਹੜਾ ਸਾਡੇ ਸਵਾਸਾਂ ਦੀ ਡੋਰੀ, ਜਿਹੜੇ ਵਾਹਿਗੁਰੂ ਨੇ ਸਾਡੇ ਜੀਵਨ ਦਾਤ ਦਿੱਤੀ ਹੋਈ ਆ, ਸਾਡੇ ਜੀਵਨ ਵਿੱਚ ਸਵਾਸ ਪਾਏ ਹੋਏ ਨੇ, ਉਹ ਗੋਬਿੰਦੇ। ਉਹ ਗੋਬਿੰਦ ਦਾ ਮਤਲਬ ਪ੍ਰਭੂ, ਅਕਾਲ ਪੁਰਖ ਪਰਮਾਤਮਾ, ਜਿਹੜਾ ਪ੍ਰਾਣਾਂ ਦਾ ਮਾਲਕ ਆ, ਜਿਹਨੇ ਸਾਡੀ ਜ਼ਿੰਦਗੀ ਦੀ ਡੋਰੀ ਆਪਦੇ ਹੱਥ ਵਿੱਚ ਫੜੀ ਹੋਈ ਆ, ਜਿਹਨੇ ਸਾਡੀ ਜ਼ਿੰਦਗੀ ਦੀ, ਸਾਡੇ ਰਿਜ਼ਕ ਦੀ ਸਿਰ ਰਿਜ਼ਕ ਸੰਭਾਹੇ ਠਾਕੁਰ, ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਅਤੇ ਜਿਹੜੇ ਵਾਹਿਗੁਰੂ ਨੇ ਸਾਡੀ ਰਿਜ਼ਕ ਦੀ ਡੋਰੀ ਆਪਦੇ ਹੱਥ ਵਿੱਚ ਪਕੜੀ ਹੋਈ ਆ, ਮਹਾਰਾਜ ਕਹਿੰਦੇ ਨੇ, ਅਤੇ ਉਹ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣ ਕੇ ਆਪਾਂ ਅਰਦਾਸ ਕਰਨੀ ਆ। ਕੀ ਅਰਦਾਸ ਕਰਨੀ ਆ? ਮਹਾਰਾਜ ਕਹਿੰਦੇ ਹੇ ਪ੍ਰਾਣਨਾਥ ਗੋਬਿੰਦੇ। ਗੋਬਿੰਦ ਦਾ ਮਤਲਬ ਹੁੰਦਾ ਜਿਹੜਾ ਘਟ ਕੇ ਪਟ ਕੀ ਜਾਣਦਾ, ਜਿਹੜਾ ਘਟ ਕੇ ਅੰਤਰ ਕੀ ਜਾਣਦਾ ਆ, ਜਿਹੜਾ ਘਟ ਦੇ ਬਾਹਰੋਂ ਅਸੀਂ ਕੀ ਬੋਲਦੇ ਹਾਂ ਉਹਨੂੰ ਵੀ ਜਾਣਦਾ, ਜਿਹੜਾ ਘਟ ਦੇ ਅੰਦਰੋਂ ਅਸੀਂ ਕੀ ਹਾਂ ਉਹਨੂੰ ਵੀ ਜਾਣਦਾ। ਅਤੇ ਜਿਹੜੇ ਪਰਮਾਤਮਾ ਨੇ ਸਾਡੇ ਅੰਦਰ ਪ੍ਰਾਣ ਪਾਏ ਹੋਏ ਨੇ, ਭਾਵ ਕਿ ਸਾਡੇ ਅੰਦਰ ਤਾਕਤ ਪਾਈ ਹੋਈ ਆ, ਸਾਡੇ ਅੰਦਰ ਇੱਕ ਜ਼ਿੰਦਗੀ ਪਾਈ ਹੋਈ ਆ, ਉਸ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਪਾਂ ਅਰਦਾਸ ਮਹਾਰਾਜ ਸਾਨੂੰ ਕਰਨੀ ਸਿਖਾਉਂਦੇ ਨੇ। ਕੀ ਅਰਦਾਸ ਕਰਨੀ ਸਿਖਾਉਂਦੇ ਨੇ? ਕਿ ਹੇ ਪ੍ਰਾਣਨਾਥ ਗੋਬਿੰਦੇ। ਹੇ ਪ੍ਰਾਣਨਾਥ, ਇਹ ਮੇਰੀ ਜ਼ਿੰਦਗੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਨਿਧਾਨ, ਤੂੰ ਮਿਹਰ ਦਾ ਨਿਧਾਨ ਆ, ਮਿਹਰ ਦਾ ਖਜ਼ਾਨਾ ਆ। ਵਾਹਿਗੁਰੂ ਜੀ, ਤੂੰ ਮਿਹਰ ਦੀ ਦਾਤ ਆ। ਜਿੰਨੀਆਂ ਦਾਤਾਂ ਪਰਮਾਤਮਾ ਜੀ ਮਿਲਦੀਆਂ ਨੇ ਉਹ ਵਾਹਿਗੁਰੂ ਜੀ ਤੇਰੇ ਕੋਲੋਂ ਮਿਲਦੀਆਂ ਨੇ। ਜਗਤ ਗੁਰੂ ਦਾ ਮਤਲਬ ਹੁੰਦਾ ਆ ਸੰਸਾਰ ਦਾ ਗੁਰੂ।
ਜਿੰਨੀਆਂ ਵੀ ਕੋਈ ਕਲਾ ਆਉਂਦੀ ਆ, ਨਮੋ ਤਾਨ ਤਾਨੇ, ਨਮੋ ਗੀਤ ਗੀਤੇ, ਜਿੰਨੇ ਕੋਈ ਗੀਤ ਆਉਂਦੇ ਆ, ਜਿੰਨੀ ਤਾਨ ਆਉਂਦੀ ਆ, ਜਿੰਨਾ ਸੰਗੀਤ ਆਉਂਦਾ, ਜਿੰਨੀ ਜੁਰਤ ਜਮਾਲ ਆਉਂਦਾ ਆ, ਜਿੰਨੀ ਹੁਸਨਲ ਕਮਾਲ ਆਉਂਦਾ ਆ, ਜਿੰਨੀ ਤਮੀਜ਼ਲ ਤਮਾਮ ਹੈ, ਜਿੰਨੀਆਂ ਤਮੀਜ਼ਾਂ ਨੇ, ਜਿੰਨੀ ਸੂਝ ਆ, ਜਿੰਨੀ ਨਮਸਤੰਗ ਜਰਾਰੰਗ, ਜਰਾਰੰਗ ਜਰ ਹੁੰਦੀ ਆ ਬਜ਼ੁਰਗੀ, ਜਰ ਹੁੰਦੀ ਆ ਸਿਆਣਪ, ਜਿੰਨੀ ਵੀ ਸਿਆਣਪ ਹੁੰਦੀ ਆ, ਜਿੰਨੀ ਵੀ ਬਜ਼ੁਰਗੀ ਆ, ਜਿੰਨੀ ਵੀ ਵਿਜ਼ਡਮ ਆ, ਜਿੰਨੇ ਵੀ ਵਿਚਾਰ ਨੇ, ਜਿੰਨੀ ਵੀ ਕਲਾ ਆ, ਜਿੰਨੀ ਵੀ ਬਹਾਦਰੀ ਆ, ਉਹ ਵਾਹਿਗੁਰੂ ਜੀ ਜਗਤ ਗੁਰੂ ਉਹਨਾਂ ਉਹ ਬਹਾਦਰੀ ਨੂੰ, ਉਹ ਇੰਨੇ ਗੁਣਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹੋ। ਪਰ ਜਿਹੜੇ ਕਿਰਪਾ ਨਿਧਾਨ ਹੋ, ਜੇ ਕੋਈ ਤੁਹਾਡੇ ਕੋਲੋਂ ਜੋ ਵੀ ਦਾਤ ਮੰਗਦਾ ਹੈ, ਤੁਸੀਂ ਉਹਨੂੰ ਉਹ ਦਾਤ ਕਿਰਪਾ ਦੇ ਖਜ਼ਾਨੇ ਵਿੱਚੋਂ, ਆਪਣੀ ਦਇਆ ਦੇ ਮਿਹਰ ਵਿੱਚੋਂ ਪਰਮਾਤਮਾ ਜੀ ਤੁਸੀਂ ਉਹਨੂੰ ਦਿੰਦੇ ਹੋ। ਹੇ ਪ੍ਰਾਣਨਾਥ ਗੋਬਿੰਦੇ, ਗੋਬਿੰਦ ਵਾਹਿਗੁਰੂ, ਜਿਹੜਾ ਤੁਸੀਂ ਮੇਰੇ ਕੱਟ ਕੱਟ ਕੇ ਅੰਤਰ ਕੀ ਜਾਣਤੋਂ, ਮਨੋਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਤੈਨੂੰ ਪਤਾ ਕਿ ਮੇਰੇ ਹਿਰਦੇ ਦੀ ਮੁਹੱਬਤ ਕਿੰਨੀ ਕਾ ਤੇਰੇ ਨਾਲ ਪਰਮਾਤਮਾ ਜੀ। ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ, ਪਰਮਾਤਮਾ ਜੀ ਤੁਹਾਨੂੰ ਪਤਾ ਕਿ ਮੇਰੇ ਹਿਰਦੇ ਵਿੱਚ ਕੀ ਚੱਲਦਾ ਆ ਅਤੇ ਮੇਰੀ ਜ਼ੁਬਾਨ ਵਿੱਚ ਕੀ ਚੱਲਦਾ ਆ। ਵੱਡੀ ਵਡਿਆਈ ਜਾਣੇ ਆ ਲਾਓ, ਹੇ ਅਕਾਲ ਪੁਰਖ ਜੀ ਤੁਸੀਂ ਗੋਬਿੰਦ ਜੀ ਤੁਸੀਂ ਜਾਣਦੇ ਹੋ ਕਿ ਇਹ ਇਨਸਾਨ ਜਿਹੜਾ ਹੁਣ ਬੋਲ ਰਿਹਾ, ਇਹਦੇ ਬੋਲਣ ਵਿੱਚ ਕਿੰਨੀ ਸੱਚਾਈ ਆ ਅਤੇ ਇਹਦੇ ਅੰਦਰ ਕੀ ਆ। ਵੱਡੀ ਵਡਿਆਈ ਬੁੱਝੇ ਸਭ ਭਾਓ, ਇਹ ਕਿਹੜੇ ਭਾਵ ਨਾਲ ਬੋਲ ਰਿਹਾ, ਇਹ ਕਿਹੜੇ ਭਾਵ ਨਾਲ ਇਹਦੇ ਅੰਦਰੋਂ ਭਾਵ 'ਚੋਂ ਕਿਹੜੇ 'ਚੋਂ ਗੱਲ ਆ ਰਹੀ ਆ। ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਜਾਣਦੇ ਹੋ, ਕੀ ਜਾਣਦੇ ਹੋ ਕਿ ਹੇ ਇਨਸਾਨ ਤੂੰ ਦੁਨੀਆਦਾਰੀ ਨਾਲ ਝੂਠ ਬੋਲ ਸਕਦਾ, ਪਰ ਮੇਰੇ ਨਾਲ ਝੂਠ ਨਹੀਂ ਬੋਲ ਸਕਦਾ, ਕਿਉਂਕਿ ਮੈਂ ਤੈਨੂੰ ਬਣਾਉਣ ਵਾਲਾ ਹਾਂ। ਤੇਰੇ ਮੈਂ ਅੰਦਰ ਨੂੰ ਵੀ ਜਾਣਦਾ, ਮੈਂ ਤੇਰੇ ਪਿੱਛੇ ਨੂੰ ਵੀ ਜਾਣਦਾ, ਮੈਂ ਤੇਰੇ ਅੱਗੇ ਨੂੰ ਵੀ ਜਾਣਦਾ। ਇਸ ਕਰਕੇ ਪਰਮਾਤਮਾ ਜੀ ਤੁਸੀਂ ਪ੍ਰਾਣਾਂ ਦੇ ਨਾਥ ਹੋ ਅਤੇ ਕਿਰਪਾ ਦਾ ਨਿਧਾਨ ਹੋ ਵਾਹਿਗੁਰੂ ਜੀ। ਇਸ ਕਰਕੇ ਤੁਹਾਡੇ ਅੱਗੇ ਸਾਡੀ ਅਰਦਾਸ ਹੈ। ਕੀ ਅਰਦਾਸ ਹੈ ਜੀ? ਹੇ ਸੰਸਾਰ ਤਾਪ ਹਰਨ ਹੈ। ਹਰਨ ਦਾ ਮਤਲਬ ਹੁੰਦਾ ਨਾਸ ਕਰ ਦੇਣ ਵਾਲਾ। ਪਰਮਾਤਮਾ ਜੀ ਤੁਸੀਂ ਦੁਨੀਆ ਦੇ ਤਾਪਾਂ ਨੂੰ, ਤਾਪ ਕੀ ਹੁੰਦੇ ਆ? ਤਾਪ ਹੁੰਦੇ ਆ ਸਾਨੂੰ ਜਿਹੜੇ ਸਰੀਰਕ ਰੋਗ ਲੱਗਦੇ ਆ ਅਤੇ ਸਾਨੂੰ ਜਿਹੜੇ ਮਾਨਸਿਕ ਰੋਗ ਲੱਗਦੇ ਆ ਅਤੇ ਸਾਨੂੰ ਜਿਹੜੇ ਜਿਵੇਂ ਹੁਣ ਕਰੋਨਾ ਵਾਇਰਸ ਆ ਗਿਆ, ਜਿਵੇਂ ਇਹ ਇੱਦਾਂ ਦੀ ਕੋਈ ਬਿਮਾਰੀ ਆਉਂਦੀ ਆ, ਆਦਿ ਵਿਆਧੀ ਅਤੇ ਉਪਾਧੀ। ਮਹਾਰਾਜ ਕਹਿੰਦੇ ਨੇ ਕਿ ਹੇ ਸੰਸਾਰ, ਸੰਸਾਰ ਦਾ ਮਤਲਬ ਹੁੰਦਾ ਸੰਸਾ, ਸੰਸਾ ਜਮਾ ਆਰ, ਸੰਸਿਆਂ ਦਾ ਘਰ। ਸੰਸਿਆਂ ਦਾ ਘਰ ਮਤਲਬ ਜਗਤ ਦੁਨੀਆ, ਜਿਸ ਨੂੰ ਤੁਸੀਂ ਪਕੜਨਾ ਚਾਹੁੰਦੇ ਹੋ, ਪਰ ਉਹ ਸੰਸਾਰ ਸਾਡੀ ਪਕੜ ਵਿੱਚ ਨਹੀਂ ਆਉਂਦਾ, ਕਿਉਂਕਿ ਇਹ ਸੰਸਿਆਂ ਦਾ ਘਰ ਆ। ਸੰਸਿਆਂ ਦਾ ਘਰ ਦਾ ਮਤਲਬ ਕੀ ਹੋ ਗਿਆ? ਜਿਵੇਂ ਕਿਸੇ ਬਾਜੀਗਰ ਨੇ ਆਪਣੀ ਬਾਜੀ ਪਾਈ ਹੋਵੇ, ਪਰ ਬਾਜੀਗਰ ਆਪਦਾ ਸਮਾਨ ਇਕੱਠਾ ਕਰਕੇ ਲੈ ਜਾਵੇ। ਗੁਰੂ ਸਾਹਿਬ ਨੇ ਸਮਝਾਇਆ ਕਿ ਨਟੂਏ ਸਾਂਗ ਬਣਾਇਆ ਬਾਜੀ ਸੰਸਾਰਾ। ਇਹ ਸੰਸਾਰਾ ਕੀ ਆ? ਜਿਸ ਨੂੰ ਪਕੜਨਾ ਚਾਹੀਏ ਪਰ ਸਾਡੇ ਹੱਥ ਵਿੱਚ ਨਾ ਆਵੇ। ਅਸੀਂ ਇੱਥੇ ਬਹੁਤ ਕੁਝ ਇਕੱਠਾ ਕਰਨਾ ਚਾਹੁੰਦੇ ਹਾਂ, ਪਰ ਸਾਡੇ ਹੱਥ ਵਿੱਚ ਨਹੀਂ ਆਉਂਦਾ ਹੈਗਾ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ। ਜਨਨੀ ਕਹਿੰਦੀ ਆ, ਮਾਂ ਸੋਚਦੀ ਆ ਕਿ ਜਿਹੜਾ ਮੇਰਾ ਸੁੱਤ ਆ, ਮੇਰਾ ਪੁੱਤਰ ਆ, ਉਹ ਵੱਡਾ ਹੋ ਰਿਹਾ, ਪਰ ਅਸਲ ਦੇ ਵਿੱਚ ਉਹ ਵੱਡਾ ਨਹੀਂ ਹੋ ਰਿਹਾ। ਇਤਨਕ ਨਾ ਜਾਨਤ, ਉਹ ਇਹ ਨਹੀਂ ਸਮਝਦੀ ਕਿ ਇਹਦੀ ਉਮਰ ਘਟਦੀ ਜਾ ਰਹੀ ਆ, ਬਲਕਿ ਮਾਂ ਦੇ ਪ੍ਰਤੀ ਤਾਂ ਪੁੱਤ ਵੱਡਾ ਹੋ ਰਿਹਾ, ਪਰ ਪੁੱਤ ਐਕਚੁਅਲੀ ਉਮਰ ਘਟਾਉਂਦਾ ਜਾ ਰਿਹਾ। ਹਰ ਰੋਜ਼ ਸਾਡੇ ਅੰਦਰੋਂ, ਸਾਡੇ ਜ਼ਿੰਦਗੀ ਵਿੱਚੋਂ ਸਵਾਸ ਘਟਦੇ ਜਾਂਦੇ ਨੇ। ਔਧ ਘਟੈ ਦਿਨ ਸਰੈਣਾ ਰੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਇਹ ਸੰਸਾਰ ਆ, ਇਹ ਥੋੜ੍ਹੇ ਸਮੇਂ ਵਾਸਤੇ ਆ, ਇਹ ਸੰਸਿਆਂ ਦਾ ਘਰ ਆ। ਹੇ ਸੰਸਾਰ ਤਾਪ ਹਰਨ ਹੈ। ਇਹਦੇ ਵਿੱਚ ਕੁਛ ਸਾਨੂੰ ਮਾਨਸਿਕ ਰੋਗ ਲੱਗੇ ਹੋਏ ਨੇ, ਕੁਛ ਸਾਨੂੰ ਸਰੀਰਕ ਰੋਗ ਲੱਗੇ ਹੋਏ ਨੇ, ਕੁਛ ਜਿਹੜੇ ਆਹ ਕੁਦਰਤੀ ਰੋਗ ਆ ਜਾਂਦੇ ਨੇ। ਇਹਨਾਂ ਨੂੰ ਵਾਹਿਗੁਰੂ ਜੀ ਤੁਸੀਂ ਹਰਨ ਕਰਨ ਵਾਲੇ ਹੋ, ਭਾਵ ਕਿ ਇਹਨਾਂ ਨੂੰ ਤੁਸੀਂ ਖਤਮ ਕਰਨ ਵਾਲੇ ਹੋ, ਇਹਨਾਂ ਨੂੰ ਤੁਸੀਂ ਨਾਸ ਕਰਨ ਵਾਲੇ ਹੋ। ਸੋ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਵੀ ਅਸੀਂ ਘਰੋਂ ਚੱਲੀਏ ਤਾਂ ਇੰਨੀ ਕੁ ਅਰਦਾਸ ਜ਼ਰੂਰ ਕਰਕੇ ਚੱਲੀਏ
ਸਰਬ ਠੌਰਮ ਹੋ ਸਹਾਈ। ਸਾਰੀ ਠੌਰ ਦਾ ਮਤਲਬ ਹੁੰਦਾ ਜਗ੍ਹਾ 'ਤੇ ਪ੍ਰਮਾਤਮਾ ਜੀ ਮੇਰੇ ਅੰਗ ਸੰਗ ਲੈਣਾ, ਦੁਸ਼ਟ ਦੋਖ ਤੇ ਲਿਹੋ ਬਚਾਈ। ਇਹ ਜਿਹੜੀਆਂ ਆਦੀਆਂ ਨੇ, ਬਿਆਦੀਆਂ ਨੇ ਤੇ ਉਪਾਦੀਆਂ ਨੇ, ਇਹ ਦੁਸ਼ਟਾਂ ਤੋਂ, ਦੋਖਾਂ ਤੋਂ ਪ੍ਰਮਾਤਮਾ ਜੀ ਸਾਨੂੰ ਬਚਾ ਕੇ ਰੱਖਣਾ। ਹੇ ਸੰਸਾਰ ਤਾਪ ਹਰਨ ਹੈ ਕਰੁਣਾਮੈ ਦਾ ਮਤਲਬ ਹੋ ਗਿਆ ਦਿਆਲੂ ਸੁਭਾਅ ਵਾਲੇ ਵਾਹਿਗੁਰੂ, ਕਿਰਪਾਲੂ ਸੁਭਾਅ ਵਾਲੇ ਵਾਹਿਗੁਰੂ, ਕਿਰਪਾ ਦੇ ਘਰ, ਦਇਆ ਦੇ ਘਰ, ਰਹਿਮ ਦੇ ਘਰ, ਤਰਸ ਦੇ ਘਰ, ਮਿਹਰ ਦੇ ਘਰ ਪ੍ਰਮਾਤਮਾ ਜੀ ਸਾਡੇ ਇਹ ਸੰਸਾਰ ਦੇ ਵਿੱਚੋਂ ਲੱਗੇ ਹੋਏ ਜਿਹੜੇ ਹਉਮੈ ਦੀਰਘ ਰੋਗ ਹੈ, ਸਾਨੂੰ ਹਉਮੈ ਦਾ ਰੋਗ ਲੱਗਿਆ ਹੋਇਆ ਵਾਹਿਗੁਰੂ ਜੀ, ਜਿਹੜਾ ਦੀਰਘ ਦੇ ਵਿੱਚ ਆਉਂਦਾ, ਜਿਹੜਾ ਬਹੁਤ ਵੱਡੇ ਰੋਗ ਦੇ ਵਿੱਚ ਆਉਂਦਾ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਨਾਮ ਵੀ ਲਿਖਤਾ ਕਿ ਤਿਸਨਾ ਵੱਡਾ ਰੋਗ ਲੱਗਾ। ਤਿਸਨਾ ਜਿਹੜਾ ਵੱਡਾ ਰੋਗ ਆ, ਇੱਕ ਤਾਂ ਰੋਗ ਛੋਟਾ ਹੋਵੇ ਪਰ ਜਿਹਦੇ ਨਾਲ ਲਿਖ ਕੇ ਲਾਇਆ ਹੋਵੇ ਕਿ ਦੀਰਘ ਆ ਭਾਈ ਇਹ, ਅਤੇ ਆਹ ਤਿਸਨਾ ਆ ਜਿਹੜਾ ਇਹ ਵੱਡਿਆਂ ਦੇ ਵਿੱਚ ਆਉਂਦਾ, ਛੋਟਿਆਂ ਦੇ ਵਿੱਚ ਨਹੀਂ ਆਉਂਦਾ ਹੈਗਾ। ਹੇ ਸੰਸਾਰ ਤਾਪ ਹਰਣੈ ਕਰੁਣਾਮੈ ਸਭ ਦੁੱਖ ਹਰੋ। ਅਤੇ ਜਦੋਂ ਅਸੀਂ ਇਹ ਅਰਦਾਸ ਕਰਦੇ ਹਾਂ, ਇਹ ਅਰਦਾਸ ਸਾਡੇ ਨਿਊਰੋਨ ਸਿਸਟਮ ਨੂੰ ਚੇਂਜ ਕਰ ਦਿੰਦੀ ਆ। ਇਹ ਅਰਦਾਸ ਸਾਡੇ ਬ੍ਰੇਨ ਦੇ ਕੈਮੀਕਲਜ਼ ਨੂੰ ਚੇਂਜ ਕਰ ਦਿੰਦੀ ਆ। ਅਤੇ ਇਹ ਅਰਦਾਸ ਜਿਵੇਂ ਜਿਵੇਂ ਅਸੀਂ ਇਹਨੂੰ ਜਪਦੇ ਜਾਂਦੇ ਹਾਂ ਅਤੇ ਸਾਡੇ ਜਿਹੜੇ ਭਾਗ ਪੁੱਠੇ ਪਏ ਹੋਏ ਲੇਖ ਨੇ, ਜਿਹੜੇ ਸਾਡੇ ਪੁੱਠੇ ਪਏ ਹੋਏ ਭਾਗ ਨੇ, ਸਾਡੇ ਪੁੱਠੇ ਪਏ ਹੋਏ ਕੰਮ ਨੇ, ਗੁਰਬਾਣੀ ਦਾ ਜਾਪ ਉਹਨਾਂ ਪੁੱਠੇ ਪਏ ਹੋਏ ਲੇਖਾਂ ਨੂੰ ਸਿੱਧੇ ਕਰ ਦਿੰਦਾ ਆ। ਹੇ ਸੰਸਾਰ ਤਾਪ ਹਰਨ ਹੈ ਕਰੁਣਾਮੈ। ਹੁਣ ਜਿਵੇਂ ਅਸੀਂ ਕਰੁਣਾਮੈ ਬੋਲਦੇ ਹਾਂ, ਗੋਬਿੰਦੇ ਬੋਲਦੇ ਹਾਂ, ਜਗਤ ਗੁਰੂ ਬੋਲਦੇ ਹਾਂ, ਸੰਸਾਰ ਤਾਪ ਹਰਣੈ ਬੋਲਦੇ ਹਾਂ, ਇਹ ਸਾਡੇ ਅੰਦਰ ਪੋਜ਼ੀਟਿਵ ਵਾਈਬ੍ਰੇਸ਼ਨਸ ਦਿੰਦੇ ਨੇ। ਜਿਹੜੇ ਪੋਜ਼ੀਟਿਵ ਵਾਈਬ੍ਰੇਸ਼ਨਸ ਦਿੰਦੇ ਨੇ, ਜਿਹੜੇ ਲੋਕ ਬ੍ਰੇਨ ਦੀ ਸਟੱਡੀ ਕਰਦੇ ਨੇ, ਉਹ ਕਹਿੰਦੇ ਨੇ ਕਿ ਜਿਹੜੇ ਨਿਊਰੋਨ ਸਿਸਟਮ ਆ ਦੇ ਫਾਇਰ ਟੂਗੈਦਰ ਦੇ ਵਾਇਰ ਟੂਗੈਦਰ। ਅਤੇ ਉਹ ਜਿੱਦਾਂ ਦੇ ਅਸੀਂ ਉਹਨਾਂ ਨੂੰ ਸ਼ਬਦ ਦਿੰਦੇ ਹਾਂ, ਉੱਦਾਂ ਦੇ ਉਹ ਸਾਡੇ ਦਿਮਾਗ ਦੇ ਵਿੱਚ ਸਾਡਾ ਵਿਚਾਰ ਧਾਰਾ ਬਣਾਉਂਦੇ ਨੇ। ਸੋ ਮਹਾਰਾਜ ਨੇ ਸਾਨੂੰ ਇਹ ਬਹੁਤ ਉੱਚੇ ਸ਼ਬਦ ਦਿੱਤੇ ਹੋਏ ਨੇ ਜਿਹੜੇ ਸਾਡੇ ਬ੍ਰੇਨ ਵਿੱਚ ਉੱਦਾਂ ਦੀ ਵਾਇਰਿੰਗ ਕਰਦੇ ਨੇ ਅਤੇ ਉੱਦਾਂ ਦੀ ਫਾਇਰਿੰਗ ਕਰਦੇ ਨੇ, ਜਿਹੜੇ ਸਾਡੀ ਸੁਰਤ ਨੂੰ ਉੱਚਾ ਚੁੱਕਦੇ ਆ। ਚਲੋ ਕਦੇ ਇਸ ਨੂੰ ਆਪਾਂ ਦੁਬਾਰਾ ਕਿਸੇ ਦਿਨ ਫੇਰ ਡਿਸਕਸ ਕਰਾਂਗੇ, ਵਿਚਾਰ ਕਰਾਂਗੇ। ਅੱਜ ਆਪਾਂ ਸ਼ਬਦ ਦੇ ਉੱਤੇ ਰਹੀਏ ਕਿ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣੈ ਪਰਮਾਤਮਾ ਜੀ ਤੁਸੀਂ ਸਾਡੇ ਇਹਨਾਂ ਤਾਪਾਂ ਨੂੰ ਹਰਣੰ ਕਰੋ, ਭਾਵ ਕਿ ਨਾਸ ਕਰੋ। ਕਰੁਣਾਮੈ ਦਇਆ ਦੇ ਘਰ, ਦਇਆ ਦੇ ਵਿੱਚ ਵਾਹਿਗੁਰੂ ਜੀ ਸਾਡੇ ਸਭ ਦੁੱਖਾਂ ਨੂੰ ਹਰਨ ਕਰੋ। ਸੋ ਮਹਾਰਾਜ ਕਹਿੰਦੇ ਨੇ ਕਿ ਹੇ ਸਰਨਯੋਗ। ਸਰਨਯੋਗ ਹੁੰਦਾ ਜਿਹਦੀ ਸ਼ਰਨ ਵਿੱਚ ਜਾਇਆ ਜਾ ਸਕਦਾ ਹੋਵੇ। ਪਰਮਾਤਮਾ ਜੀ ਤੇਰੀ ਸ਼ਰਨ ਵਿੱਚ ਆਇਆ ਜਾ ਸਕਦਾ ਆ। ਖੜਗ ਕੇਤ ਮੈਂ ਸ਼ਰਨ ਤਿਹਾਰੀ। ਹੇ ਖੜਗ ਕੇਤ, ਹੇ ਸ਼ਮਸ਼ੀਰ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਸੋ ਹੇ ਸਰਨਯੋਗ ਦਇਆਲ ਹੈ। ਸਰਨਯੋਗ ਦਾ ਮਤਲਬ ਹੁੰਦਾ ਸਰਨਯੋਗ ਜਿਹਦੀ ਸ਼ਰਨ ਵਿੱਚ ਜਾਇਆ ਜਾ ਸਕਦਾ ਹੋਵੇ। ਸੋ ਮਹਾਰਾਜ ਕਹਿੰਦੇ ਕਿ ਸਰਨਯੋਗ ਸੁਨ ਸਰਨੀ ਆਏ। ਅਤੇ ਜਿਹੜੇ ਸਰਨਯੋਗ ਹੁੰਦੇ ਆ, ਸਰਨਯੋਗ ਇੱਕ ਤਾਂ ਪਰਮਾਤਮਾ ਹੋ ਗਿਆ, ਪਰ ਇੱਕ ਉਹ ਸਰਨਯੋਗ ਹੁੰਦੇ ਆ ਜਿਨ੍ਹਾਂ 'ਤੇ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਕਿਰਪਾ ਹੁੰਦੀ ਆ, ਦਇਆ ਹੁੰਦੀ ਆ। ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ ਹਾਂ, ਜਦੋਂ ਅਸੀਂ ਉੱਥੇ ਜਾ ਕੇ ਬਹਿੰਦੇ ਹਾਂ ਤਾਂ ਇਹ ਉਹਦੀ ਬਖਸ਼ਿਸ਼ ਹੁੰਦੀ ਆ ਕਿ ਸਰਨਯੋਗ ਸਾਡੇ ਵਿੱਚ ਉਹਨੇ ਯੋਗਤਾ ਸਮਝੀ, ਸਾਡੇ ਵਿੱਚ ਉਹਨੇ ਯੋਗਤਾ ਪਾਈ ਤਾਂ ਕਿ ਅਸੀਂ ਉੱਥੇ ਚੱਲ ਕੇ ਜਾ ਕੇ ਬੈਠ ਸਕੇ ਹਾਂ। ਸਰਨਯੋਗ ਸੁਣ, ਉਹਦੀ ਬਾਣੀ ਨੂੰ ਸੁਣ ਕੇ, ਬਾਣੀ ਦੇ ਵਿੱਚ ਪ੍ਰੇਮ ਕਰ ਕਰਕੇ, ਬਾਣੀ ਨੂੰ ਮੰਨਣ ਕਰ ਕਰਕੇ ਸੁਣ ਸਰਨੀ ਆਏ। ਸੁਣ ਕੇ ਬਾਣੀ ਨੂੰ ਮਹਾਰਾਜ ਜੀ ਦੀ ਨੂੰ ਸ਼ਰਨ ਦੇ ਵਿੱਚ ਗਏ। ਜਿਹੜੇ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਗਏ, ਮਹਾਰਾਜ ਕਹਿੰਦੇ ਨੇ ਕਿ ਕਰ ਕਿਰਪਾ ਪ੍ਰਭ ਆਪ ਮਿਲਾਏ। ਉਹਨਾਂ 'ਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਆਪਦੇ ਆਪ ਵਿੱਚ ਵਾਹਿਗੁਰੂ ਨੇ ਮਿਲਾ ਲਏ। ਜਦੋਂ ਉਹ ਆਪਦੇ ਆਪ ਵਿੱਚ ਮਿਲਾ ਲਏ ਤਾਂ ਉਹਨਾਂ ਦਾ ਜੀਵਨ ਫਿਰ ਕਿੱਦਾਂ ਦਾ ਬਣਿਆ। ਮਿਟ ਗਏ ਬੈਰ, ਉਹਨਾਂ ਦੀ ਜ਼ਿੰਦਗੀ ਵਿੱਚੋਂ ਬੈਰ ਮਿਟ ਗਏ, ਆਪਣਾ ਬਗਾਨਾ ਮਿਟ ਗਿਆ, ਦੂਜਾ ਤੀਜਾ ਮਿਟ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਗਿਆ, ਤੇਰਾ ਮੇਰਾ ਮਿਟ ਗਿਆ। ਮਿਟ ਗਏ ਬੈਰ ਭਏ ਸਭ ਰੇਨ।
ਉਹਨਾਂ ਦੇ ਵਿੱਚ ਨਿਮਰਤਾ ਦਾ ਘਰ ਬਣ ਗਏ ਉਹ, ਉਹਨਾਂ ਦੇ ਵਿੱਚ ਨਿਮਰਤਾ ਦਾ ਪੁੰਜ ਬਣ ਕੇ ਰਹਿ ਗਏ ਉਹ, ਉਹਨਾਂ ਦੇ ਹਿਰਦੇ ਵਿੱਚ ਨਿਮਰਤਾ ਆ ਗਈ। ਭਾਵ ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸਾਧ ਸੰਗਤ ਦਾ ਮਹਾਰਾਜ ਕਹਿੰਦੇ ਆਹਾ ਫਾਲਾ। ਸਰਣ ਜੋਗ, ਹੇ ਵਾਹਿਗੁਰੂ ਤੇਰੀ ਸਰਣ ਵਿੱਚ ਆਇਆ ਜਾ ਸਕਦਾ, ਕਿਉਂਕਿ ਤੇਰੀ ਸਰਣ ਵਿੱਚ ਆਇਆ ਤਾਂ ਸਾਡੇ 'ਤੇ ਦਇਆ ਕਰ। ਦਇਆਲ ਹੈ, ਤੇਰੀ ਸਰਣ ਵਿੱਚ ਜੋ ਵੀ ਵਾਹਿਗੁਰੂ ਆਉਂਦਾ ਤੂੰ ਉਹਦੇ ਉੱਤੇ ਕੀ ਕਰਦਾ ਆ? ਦਇਆ ਕਰਦਾ ਆ ਪਰਮਾਤਮਾ, ਉਹਦੇ ਉੱਤੇ ਤੁਸੀਂ ਮਿਹਰ ਕਰਦੇ ਹੋ ਵਾਹਿਗੁਰੂ ਜੀ। ਹੇ ਸਰਣ ਜੋਗ ਦਇਆਲ ਹੈ, ਦੀਨਾਨਾਥ। ਹੁਣ ਦੀਨ ਕੀ ਹੁੰਦਾ? ਦੀਨ ਦਰਦ ਦੁੱਖ ਭੰਜਨਾ। ਦੀਨ ਹੁੰਦੇ ਆ ਕਮਜ਼ੋਰ। ਅਸੀਂ ਵਾਹਿਗੁਰੂ ਜੀ ਇਹਨਾਂ ਵਿਕਾਰਾਂ ਨਾਲ ਇਕੱਲੇ ਨਹੀਂ ਲੜ ਸਕਦੇ ਤੇਰੀ ਦਇਆ ਤੋਂ ਬਿਨਾਂ। ਸਾਡੇ ਇਹ ਦੀਨਾਂ ਦੇ ਦੁੱਖ ਨੂੰ, ਇਹ ਸਾਡੇ ਹੰਕਾਰ ਨੂੰ, ਸਾਡੀ ਤ੍ਰਿਸ਼ਨਾ ਨੂੰ, ਇਹ ਜਿਹੜੇ ਸਾਨੂੰ ਤਾਪ ਲੱਗੇ ਹੋਏ ਨੇ, ਸੰਸਾਰਕ ਤਾਪ ਲੱਗੇ ਹੋਏ ਨੇ ਵਾਹਿਗੁਰੂ ਜੀ, ਇਹਨਾਂ ਨੂੰ ਭੰਜਨ ਕਰੋ, ਇਹਨਾਂ ਨੂੰ ਤੋੜਨ ਕਰੋ ਅਕਾਲ ਪੁਰਖ ਵਾਹਿਗੁਰੂ ਜੀ। ਦੀਨਾਨਾਥ। ਦੀਨ ਦਾ ਦੂਜਾ ਅਰਥ ਹੁੰਦਾ ਕਮਜ਼ੋਰ ਦੇ ਹੱਕ ਵਿੱਚ ਲੜਨਾ, ਗਰੀਬ ਦੇ ਹੱਕ ਵਿੱਚ ਲੜਨਾ, ਜਿਹਨੂੰ ਅਸੀਂ ਬਾਬਾ ਜੀ ਕਹਿੰਦੇ ਨੇ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਦੀਨ ਹੋ ਗਿਆ ਇੱਥੇ, ਹੁਣ ਗਰੀਬ ਹੋ ਗਿਆ। ਗਰੀਬ ਦੇ ਹੱਕ ਵਿੱਚ ਲੜਨ ਵਾਲਾ ਸੂਰਮਾ। ਸੂਰਮਾ ਕੌਣ ਹੁੰਦਾ? ਜਿਹੜਾ ਗਰੀਬਾਂ ਦੇ ਹੱਕ ਵਿੱਚ ਲੜਦਾ, ਜਿਹੜਾ ਮਾੜਿਆਂ ਦੇ ਨਾਲ ਖੜਦਾ, ਜਿਹੜਾ ਇਨਜਸਟਿਸ ਦੇ ਅੱਗੇ ਖੜਦਾ ਆ। ਮਹਾਰਾਜ ਕਹਿੰਦੇ ਨੇ ਕਿ ਹੇ ਸਰਣ ਜੋਗ ਦਇਆਲੈ ਦੀਨਾਨਾਥ। ਹੁਣ ਦੀਨ ਇੱਥੇ ਸਾਡੇ ਵਾਸਤੇ ਕੀ ਦੀਨ ਹੋ ਗਿਆ? ਕਿ ਜਿਹੜੇ ਇਹ ਸੰਸਾਰਕ ਤਾਪਾਂ ਨਾਲ ਲੜ ਨਹੀਂ ਸਕਦੇ, ਜਿਹੜੇ ਵਿਕਾਰਾਂ ਨਾਲ ਇਕੱਲੇ ਨਹੀਂ ਲੜ ਸਕਦੇ, ਮਹਾਰਾਜ ਨੂੰ ਅਰਦਾਸ ਕਰਦੇ ਆ ਮਇਆ ਕਰੋ। ਮਇਆ ਦਾ ਮਤਲਬ ਮਿਹਰ ਕਰੋ। ਪਰਮਾਤਮਾ ਜੀ ਸਾਡੇ ਉੱਤੇ ਮਿਹਰ ਕਰੋ, ਦਇਆ ਕਰੋ ਪਰਮਾਤਮਾ ਜੀ। ਸਰੀਰ ਸਵਸਥ ਖੀਣ ਸਮੇਂ। ਸਮੇਂ ਹੋ ਗਿਆ ਸਮੇਂ 'ਤੇ, ਵੇਲੇ 'ਤੇ, ਕਿ ਜਦੋਂ ਕਦੇ ਇਹ ਸਰੀਰ ਸਵਸਥ ਆ। ਸਵਸਥ ਦਾ ਮਤਲਬ ਤੰਦਰੁਸਤ ਆ। ਖੀਣ, ਖੀਣ ਦਾ ਮਤਲਬ ਜਦੋਂ ਕਮਜ਼ੋਰ ਹੋ ਜਾਂਦਾ। ਕਈ ਵਾਰੀ ਕੀ ਹੁੰਦਾ ਕਿ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਕਿਸੇ ਬਿਮਾਰੀ ਕਰਕੇ, ਪਰ ਜੇ ਕਮਜ਼ੋਰ ਹੋਏ ਸਰੀਰ ਦੇ ਨਾਲ ਮਨ ਵੀ ਕਮਜ਼ੋਰ ਹੋ ਜੇ, ਅਸੀਂ ਜ਼ਿੰਦਗੀ ਦੀ ਬਾਜੀ ਹਾਰ ਜਾਂਦੇ ਹਾਂ। ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਜੇ ਮਨ ਨਾ ਡਿੱਗੇ, ਮਨ ਗੁਰੂ ਦੇ ਚਰਨਾਂ ਵਿੱਚ ਲੱਗਿਆ ਹੋਇਆ। ਸੋ ਮਹਾਰਾਜ ਅਰਦਾਸ ਕਰਦੇ ਨੇ ਕਿ ਸਰੀਰ ਸਵਸਥ ਖੀਣ ਸਮੇਂ। ਜਦੋਂ ਇਹ ਤੰਦਰੁਸਤ ਸਰੀਰ ਕਦੇ ਖੀਣ ਹੋਵੇ, ਭਾਵ ਕਿ ਇਹ ਕਮਜ਼ੋਰ ਹੋਵੇ, ਕਦੇ ਇਹ ਮਰਨ ਕਿਨਾਰੇ ਜਾਵੇ। ਸਰੀਰ ਸਵਸਥ ਖੀਣ ਸਮੇਂ ਪਰਮਾਤਮਾ ਤੇਰੀ ਯਾਦ ਬਣੀ ਰਹੇ। ਪਰ ਖੀਣਤਾ ਦੇ ਵੇਲੇ ਕਿਵੇਂ ਯਾਦ ਬਣੇਗੀ? ਮਹਾਰਾਜ ਕਹਿੰਦੇ ਜਦੋਂ ਤੂੰ ਤੰਦਰੁਸਤੀ ਦੇ ਵਿੱਚ ਉਸ ਵਾਹਿਗੁਰੂ ਨੂੰ ਯਾਦ ਕਰੇਂਗਾ, ਅਰਦਾਸ ਕਰੇਂਗਾ ਕਿ ਮੇਰੀ ਇਹ ਯਾਦ ਬਣੀ ਰਹੇ। ਅਤੇ ਮਹਾਰਾਜ ਨੇ ਸਾਨੂੰ ਇੱਕ ਸ਼ਬਦ ਦਿੱਤਾ ਆ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ। ਜਿਉਂਦੇ ਜੀ ਜਿੰਨਾ ਚਿਰ ਤੱਕ ਤੂੰ ਇਸ ਦੁਨੀਆ 'ਤੇ ਆ ਨਾ, ਵਾਹਿਗੁਰੂ ਦਾ ਨਾਮ ਨਾ ਭੁੱਲ ਜੀ, ਕਿਉਂਕਿ ਜੇ ਤੂੰ ਭੁੱਲ ਗਿਆ ਤਾਂ ਅੰਤ ਸਮੇਂ ਤੇਰੇ ਨਾਲ ਉਹੋ ਹੀ ਯਾਦਾਂ ਰਹਿਣਗੀਆਂ ਜਿਹੜੀਆਂ ਤੂੰ ਸਾਰੀ ਜ਼ਿੰਦਗੀ ਦੇ ਵਿੱਚ ਕਮਾਉਂਦਾ ਰਿਹਾ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ। ਜੇਕਰ ਤੂੰ ਇਹ ਚਿੰਤਾ ਵਿੱਚ ਮਰ ਗਿਆ, ਪੈਸਾ ਪੈਸਾ ਕਰਦਾ ਮਰ ਗਿਆ, ਅਗਲਾ ਜਨਮ ਭਾਈ ਤੇਰਾ ਸਰਪ ਜੋਨ ਬਲ ਬਲ। ਬਲ ਬਲ ਦਾ ਮਤਲਬ ਹੁੰਦਾ ਵਾਰ ਵਾਰ। ਸਰਪ ਜੋਨ ਬਲ ਬਲ ਔਤਰੇ। ਔਤਰੇ ਦਾ ਮਤਲਬ ਜਨਮ ਲੈਂਦਾ ਰਹੇਗਾ, ਸੱਪ ਦੇ ਘਰ ਵਿੱਚ ਜਨਮ ਲੈਂਦਾ ਰਹੇਗਾ। ਸੋ ਮਹਾਰਾਜ ਕਹਿੰਦੇ ਨੇ ਕਿ ਅੰਤ ਕਾਲ ਜੋ ਇਸਤਰੀ ਸਿਮਰੈ। ਗੁਰੂਦੇਵ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਤੂੰ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ, ਜਿੱਥੇ ਤੂੰ ਪਰਿਵਾਰ ਦੀ ਸੇਵਾ ਕਰਦਾ ਆ, ਪਰਿਵਾਰ ਨੂੰ ਪਾਲਦਾ ਆ, ਉਹਦੇ ਲਈ ਧਨ ਇਕੱਠਾ ਕਰਦਾ ਆ, ਉਹਨਾਂ ਦੀ ਪ੍ਰੋਟੈਕਸ਼ਨ ਕਰਦਾ ਆ, ਉੱਥੇ ਕੁਝ ਸਮਾਂ ਆਪਦੇ ਲਈ ਕੱਢ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਕਰ। ਕਿਉਂਕਿ ਜਿਹੜੀ ਚੀਜ਼ ਤੇਰੇ ਦਿਮਾਗ ਦੇ ਉੱਤੇ ਹੋਵਰ ਕਰੇਗੀ, ਅੰਤ ਨੂੰ ਤੇਰੇ ਉਹ ਹੀ ਯਾਦ ਆਊਗੀ। ਮਹਾਰਾਜ ਕਹਿੰਦੇ ਨੇ ਕਿ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ। ਅੰਤ ਦੇ ਸਮੇਂ ਜੇ ਤੇਰਾ ਧਿਆਨ ਕਿਤੇ ਔਰਤ ਦੇ ਵਿੱਚ ਰਹਿ ਗਿਆ, ਤੇਰੀ ਇਸਤਰੀ ਦੇ ਵਿੱਚ ਰਹਿ ਗਿਆ, ਭਾਈ ਤੇਰਾ ਅਗਲਾ ਜਨਮ ਬੇਸ਼ਵਾ ਜੋਨ ਬਲ ਬਲ ਔਤਰੇ। ਕਿਉਂਕਿ ਜੈਸੀ ਮਨ ਦੀ ਮਤੀ ਹੁੰਦੀ ਆ ਨਾ, ਉਹੋ ਜਿਹੀ ਇਨਸਾਨ ਦੀ ਗਤੀ ਹੁੰਦੀ ਆ। ਬੇਸ਼ਵਾ ਜੋਨ ਬਲ ਬਲ ਔਤਰੇ। ਗੁਰੂ ਮਹਾਰਾਜ ਨੇ ਫਿਰ ਅੱਗੇ ਦੱਸਿਆ ਕਿ ਅੰਤ ਕਾਲ ਜੋ ਲੜਕੇ ਸਿਮਰੈ
ਐਸੀ ਚਿੰਤਾ ਮੈਂ ਜੇ ਮਰੇ। ਮਰਨ ਸਮੇਂ ਜੇ ਕਿਸੇ ਬੰਦੇ ਦੇ ਧਿਆਨ ਵਿੱਚ ਉਹਦੇ ਬੱਚੇ, ਉਹਦੀ ਔਲਾਦ ਆ ਗਈ, ਮਹਾਰਾਜ ਕਹਿੰਦੇ ਅਗਲਾ ਜਨਮ ਭਾਈ ਤੇਰਾ ਸੂਕਰ ਜੋਨ ਵੱਲ ਵੱਲ ਉਤਰੇ। ਸੂਕਰ ਦੀ ਜੋਨ ਵਿੱਚ ਤੂੰ ਜਾਵੇਂਗਾ। ਅੰਤ ਕਾਲ ਜੋ ਮੰਦਰ ਸਿਮਰੈ। ਧਿਆਨ ਤੇਰਾ ਬਿਲਡਿੰਗ 'ਚ ਰਹਿ ਗਿਆ, ਪਰਿਵਾਰ 'ਚ ਰਹਿ ਗਿਆ, ਘਰ 'ਚ ਰਹਿ ਗਿਆ। ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੇ। ਤੇਰਾ ਅਗਲਾ ਜਨਮ ਭਾਈ ਪ੍ਰੇਤ ਦਾ ਹੋਊਗਾ। ਫਿਰ ਮਹਾਰਾਜ ਅਸੀਂ ਕੀ ਸਿਮਰੀਏ? ਅੰਤ ਕਾਲ ਜਦੋਂ ਸਾਡਾ ਸਰੀਰ ਖੀਣ ਸਮੇਂ 'ਤੇ ਆ ਗਿਆ, ਸਾਡਾ ਸਰੀਰ ਕਮਜ਼ੋਰੀ 'ਤੇ ਆ ਗਿਆ, ਮਰਨ ਕਿਨਾਰੇ ਆ ਗਿਆ, ਉਦੋਂ ਕੀ ਸਿਮਰੀਏ? ਅੰਤ ਕਾਲ ਨਾਰਾਇਣ ਸਿਮਰੈ। ਉਸ ਵਕਤ ਰਾਮ ਦਾਮੋਦਰ ਮਾਧਵੇ ਸਿਮਰਨ ਕਰ ਵਾਹਿਗੁਰੂ ਅੱਜ ਕਰ। ਸਰੀਰ ਸਵਸਥਾ ਤੇਰਾ ਹੁਣ ਅਰੋਗ ਆ, ਤੰਦਰੁਸਤ ਆ। ਕਹਿੰਦੇ ਹੁਣ ਸਿਮਰ ਕਰ, ਫਿਰ ਖੀਣਤਾ ਦੇ ਸਮੇਂ ਤੇਰੇ ਆਪਦੇ ਆਪ ਯਾਦ ਵਾਹਿਗੁਰੂ ਆਊਗਾ। ਜਿਹੜਾ ਕੁਛ ਤੂੰ ਅੱਜ ਤਿਆਰ ਕਰੇਗਾ ਉਹ ਹੀ ਐਗਜ਼ਾਮ ਦੇ ਵਿੱਚ ਆਊਗਾ। ਮਹਾਰਾਜ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੇ ਬਸੈ। ਕਿਉਂਕਿ ਉਹਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੁੰਦਾ ਆ। ਪਰ ਇਹਦਾ ਇੱਕ ਅਰਥ ਹੋਰ ਵੀ ਨਿਕਲੇਗਾ। ਸਰੀਰ ਸਵਸਥ ਖੀਣ ਸਮੇਂ ਉਹ ਕੀ ਹੋਏਗਾ ਕਿ ਜਿਹੜਾ ਸਰੀਰ ਆ ਸਾਡਾ ਮਨ ਆ, ਇਹ ਜਦੋਂ ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ। ਇਹਦਾ ਇੱਕ ਅੰਤਰੀ ਭਾਵ ਇਹ ਵੀ ਬਣੇਗਾ ਕਿ ਹੇ ਵਾਹਿਗੁਰੂ ਜੀ ਤੂੰ ਮੈਨੂੰ ਯਾਦ ਰੱਖੀ। ਪਰਮਾਤਮਾ ਜੀ ਕਈ ਵਾਰੀ ਮੇਰਾ ਜਿਹੜਾ ਮਨ ਆ, ਠੀਕ ਆ, ਮੈਂ ਹੁਣ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ, ਮੇਰਾ ਕੋਈ ਮਾੜਾ ਕਰਮ ਮੇਰੇ ਅੱਗੇ ਆ ਗਿਆ, ਮੇਰਾ ਕੋਈ ਮਾੜਾ ਕਰਮ ਮੇਰੇ ਅੱਗੇ ਆ ਗਿਆ ਅਤੇ ਮੇਰਾ ਇਹ ਮਨ ਜਿਹੜਾ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ ਟੁੱਟ ਕੇ ਕਿਤੇ ਖੀਣ ਹੋ ਗਿਆ। ਉਹ ਮਾੜਾ ਸਮਾਂ ਆ ਗਿਆ ਜਦੋਂ ਇਹ ਦੁਨੀਆਦਾਰੀ ਵਿੱਚ ਭਟਕ ਗਿਆ। ਹੇ ਵਾਹਿਗੁਰੂ ਜੀ, ਹੇ ਨਾਨਕ ਜੀ, ਹੇ ਰਾਮ ਦਾਮੋਦਰ ਮਾਧਵੇ ਅਕਾਲ ਪੁਰਖ ਪਰਮਾਤਮਾ, ਉਦੋਂ ਤੂੰ ਮੈਨੂੰ ਯਾਦ ਰੱਖੀ ਅਤੇ ਮੈਨੂੰ ਬਚਾ ਲਈ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ। ਵਾਹਿਗੁਰੂ ਜੀ ਤੁਸੀਂ ਨਾ ਮੈਨੂੰ ਭੁੱਲਿਓ, ਕਿਤੇ ਮੈਂ ਭੁੱਲ ਕੇ ਸੰਸਾਰ ਦੇ ਵਿੱਚ ਮੈਂ ਜਨਮ ਮਰਨ ਦੇ ਚੱਕਰ ਵਿੱਚ ਭਟਕ ਨਾ ਜਾਵਾਂ। ਬੜੀ ਪਿਆਰੀ ਅਰਦਾਸ ਗੁਰੂ ਮਹਾਰਾਜ ਨੇ ਸਾਨੂੰ ਕਰਨੀ ਸਿਖਾਈ ਆ। ਗੁਰੂ ਮਹਾਰਾਜ ਜੀ ਕਿਰਪਾ ਕਰਨ ਇਹ ਸਾਡੇ ਹਿਰਦੇ ਵਿੱਚ ਵਸੇ ਅਤੇ ਬਾਣੀ ਦਾ ਭਾਵ ਸਾਡੇ ਅੰਦਰ ਜਾਵੇ ਅਤੇ ਅਰਦਾਸ ਬਣ ਕੇ ਆਵੇ। ਸਾਡਾ ਹਿਰਦਾ ਅਰਦਾਸ ਦਾ ਰੂਪ ਹੋ ਜਾਵੇ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ। ਗੁਰੂ ਮਹਾਰਾਜ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ। ਪੜ੍ਹੀ ਸੁਣੀ ਬਾਣੀ ਮੇਰੇ ਹਿਰਦੇ ਵਿੱਚ ਵਸੇ, ਪੜ੍ਹੀ ਸੁਣੀ ਬਾਣੀ ਆਪ ਜੀ ਦੇ ਹਿਰਦੇ ਵਿੱਚ ਵਸੇ। ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਉੱਚੇ ਸ਼ਬਦਾਂ ਨੂੰ ਸਾਡੀ ਸੁਰਤ ਦੇ ਨਾਲ ਜੋੜਨ ਅਤੇ ਸ਼ਬਦ ਸੁਰਤ ਦਾ ਮੇਲ ਹੋਵੇ। ਗੁਰੂ ਅੰਗ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਰ ਨ ਤੇਰੀ ਬਾਤੇ।